ਉਹਨਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਸਭ ਤੋਂ ਪਹਿਲਾਂ ਚੋਣ ਦੀਆਂ ਖਬਰਾਂ। ਇਜ਼ਰਾਈਲ ਦੇ ਯੁੱਧ ਸਮੇਂ ਦੇ ਦੌਰੇ ਦੇ ਨਾਲ ਬਾਈਡਨ ਨੂੰ ਸਰੀਰਕ ਰਾਜਨੀਤਿਕ ਜੋਖਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਸਬੀਰ ਸਿੰਘ ਖਹਿਰਾ ਦੀ ਸੜਕ ਹਾਦਸੇ ਵਿੱਚ ਮੌਤ। ਇਜ਼ਰਾਈਲ ਹਮਸ ਯੁੱਧ, ਗਾਜ਼ਾ ਦੇ ਹਸਪਤਾਲ ਤੇ ਇਜ਼ਰਾਈਲ ਦਾ ਹਵਾਈ ਹਮਲਾ, 500 ਲੋਕਾਂ ਦੀ ਮੌਤ। ਇਜ਼ਰਾਈਲ ਨੇ ਗਾਜ਼ਾ ਹਸਪਤਾਲ ਧਮਾਕੇ ਵਿੱਚ ਸ਼ਮੂਲੀਅਤ ਤੋਂ ਕੀਤਾ ਇਨਕਾਰ, ਕਿਹਾ ਇਸ ਕਾਰਨ ਹੋਇਆ ਇਹ ਧਮਾਕਾ। ਅਮਰੀਕਾ ਬਿਨਾਂ ਕਿਸੇ ਜੁਰਮ ਦੇ 16 ਸਾਲ ਭੁਗਤੀ ਸਜ਼ਾ, ਫਿਰ ਡਿਪਟੀ ਸ਼ੈਰਿਫ ਦੀ ਕਾਰਵਾਈ ਵਿੱਚ ਵਿਅਕਤੀ ਦੀ ਮੌਤ। ਅਮਰੀਕਾ ਵਿੱਚ ਸਿੱਖ ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਤਸਵੀਰ ਜਾਰੀ, ਦਸਤਾਰ ਲਾਉਣ ਦੀ ਕੀਤੀ ਸੀ ਕੋਸ਼ਿਸ਼। ਨਸ਼ੇ ਖਿਲਾਫ ਮੁਹਿੰਮ, ਸ਼੍ਰੀ ਦਰਬਾਰ ਸਾਹਿਬ ਵਿੱਚ ਅੱਜ ਅਰਦਾਸ ਕਰਨਗੇ CM ਭਗਵੰਤ ਮਾਨ, ਪਹੁੰਚਣਗੇ 40,000 ਵਿਦਿਆਰਥੀ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਬਾਈਡਨ ਇਜ਼ਰਾਈਲ ਲਈ ਰਵਾਨਾ। ਗਾਜ਼ਾ ਹਸਪਤਾਲ ਹਮਲੇ ਨੂੰ ਲੈ ਕੇ ਅਰਬ ਨੇਤਾਵਾਂ ਨਾਲ ਉਹਨਾਂ ਦੀ ਮੁਲਾਕਾਤ ਰੱਦ। ਇਸ ਉੱਚ ਪੱਧਰੀ ਦੌਰੇ ਰਾਹੀਂ ਅਮਰੀਕਾ ਵੱਲੋਂ ਯਹੂਦੀ ਮੁਲਕ ਨਾਲ ਮਜ਼ਬੂਤ ਸਮਰਥਨ ਜ਼ਾਹਿਰ ਕੀਤਾ ਜਾਵੇਗਾ। ਇਜ਼ਰਾਈਲ ਤੇ ਹਮਾਸ ਦੇ ਹਮਲੇ ਦੇ ਮੱਦੇਨਜ਼ਰ ਇਹ ਦੌਰਾ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਜ਼ਰਾਈਲ ਵੱਲੋਂ ਘੇਰੀ ਗਈ ਗਾਜ਼ਾ ਪੱਟੀ ਵਿੱਚ ਗੰਭੀਰ ਹੁੰਦੇ ਜਾ ਰਹੇ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਨੇ ਕੂਟਨੀਤਿਕ ਯਤਨ ਤੇਜ਼ ਕਰ ਦਿੱਤੇ ਨੇ। ਬਾਈਡਨ ਨੇ ਐਕਸ ਤੇ ਪੋਸਟ ਕਰਕੇ ਕਿਹਾ, ਬੁੱਧਵਾਰ ਨੂੰ ਮੈਂ ਇਜ਼ਰਾਈਲ ਜਾਵਾਂਗਾ ਤੇ ਹਮਾਸ ਦੇ ਬੇਰਹਿਮ ਅੱਤਵਾਦੀ ਹਮਲੇ ਅੱਗੇ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਖੜਾਂਗਾ। ਇਸ ਤੋਂ ਬਾਅਦ ਮੈਂ ਗੰਭੀਰ ਮਨੁੱਖੀ ਲੋੜ ਦੇ ਸੰਕਟ ਦੇ ਹੱਲ ਲਈ ਜਾਰਡਨ ਦਾ ਦੌਰਾ ਕਰਾਂਗਾ। ਉਹਨਾਂ ਦੇ ਆਗੂਆਂ ਨਾਲ ਮੁਲਾਕਾਤ ਕਰਾਂਗਾ ਤੇ ਸਪਸ਼ਟ ਕਰਾਂਗਾ ਕਿ ਹਮਾਸ ਫਿਲਿਸਤੀਨੀਆਂ ਵੱਲੋਂ ਖੁਦ ਆਪਣੇ ਲਈ ਫੈਸਲੇ ਲੈਣ ਦੇ ਹੱਕ ਵਿੱਚ ਨਹੀਂ ਹੈ। ਬਾਈਡਨ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਅਜਿਹੀ ਯੋਜਨਾ ਬਣਾਉਣ ਲਈ ਸਹਿਮਤ ਹੋਏ ਨੇ ਜਿਸ ਰਾਹੀਂ ਮਦਦ ਕਰਨ ਵਾਲੇ ਮੁਲਕਾਂ ਤੋਂ ਮਨੁੱਖੀ ਸਹਾਇਤਾ ਦੀ ਲੋੜ ਵਾਲੇ ਇਲਾਕਿਆਂ ਵਿੱਚ ਪਹੁੰਚਾਉਣੀ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ ਬਹੁਪਰਤੀ ਸੰਗਠਨ ਵੀ ਗਾਜ਼ਾ ਵਿੱਚ ਨਾਗਰਿਕਾਂ ਕੋਲ ਪਹੁੰਚ ਸਕਣਗੇ। ਇਸ ਤਹਿਤ ਅਜਿਹੇ ਇਲਾਕੇ ਬਣਾਉਣ ਦੀ ਸੰਭਾਵਨਾ ਵੀ ਵਿਚਾਰੀ ਜਾਵੇਗੀ ਜਿੱਥੇ ਨਾਗਰਿਕਾਂ ਨੂੰ ਨੁਕਸਾਨ ਤੋਂ ਦੂਰ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਵਾਈਟ ਹਾਊਸ ਦੇ ਤਰਜਮਾਨ ਨੇ ਦੱਸਿਆ ਕਿ ਅਮਾਨ ਵਿੱਚ ਬਾਈਡਨ ਜਾਰਡਨ ਦੇ ਕਿੰਗ ਅਬਦੁੱਲਾ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਤੇ ਫਿਲਿਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕਰਨਗੇ। ਸੋਮਵਾਰ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਮਿਸਰੀ ਹਮਰੁਤਬਾ ਨਾਲ ਫੋਨ ਤੇ ਇਸ ਸੰਬੰਧੀ ਗੱਲਬਾਤ ਕੀਤੀ। ਉਹਨਾਂ ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ ਸੁਡਾਨੀ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਖੇਤਰ ਦੀ ਸਥਿਤੀ ਤੇ ਚਰਚਾ ਹੋਈ ਸੀ। ਬਾਈਡਨ ਤੇ ਅਲ ਸੀਸੀ ਨੇ ਗਾਜ਼ਾ ਵਿੱਚ ਡੂੰਘੇ ਹੁੰਦੇ ਜਾ ਰਹੇ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਉੱਤੇ ਵੀ ਚਰਚਾ ਕੀਤੀ। ਇਹ ਯਤਨ ਸੰਯੁਕਤ ਰਾਸ਼ਟਰ, ਜਾਰਡਨ, ਫਿਲਿਸਤੀਨੀ ਅਥਾਰਟੀ, ਇਜ਼ਰਾਈਲ ਤੇ ਹੋਰਨਾਂ ਖੇਤਰੀ ਭਾਈਵਾਲਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਮੱਧ ਪੂਰਬ ਵਿੱਚ ਸਥਿਰਤਾ ਕਾਇਮ ਰੱਖਣ ਉੱਤੇ ਵੀ ਵਿਚਾਰ ਕੀਤਾ ਗਿਆ ਹੈ। ਈਰਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਬਾਈਡਨ ਨੇ ਗਾਜ਼ਾ ਸੰਕਟ ਨੂੰ ਫੈਲਣ ਤੋਂ ਰੋਕਣ ਉੱਤੇ ਚਰਚਾ ਕੀਤੀ। ਇਸੇ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਯੋਆਵ ਗੈਲਾਂਟ ਨਾਲ ਜਾਰੀ ਫੌਜੀ ਆਪਰੇਸ਼ਨ ਤੇ ਚਰਚਾ ਕੀਤੀ। ਹਮਾਸ ਦੇ ਹਮਲੇ ਤੋਂ ਬਾਅਦ ਸੁਰੱਖਿਆ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਅਮਰੀਕਾ ਦੇ ਰੱਖਿਆ ਮੰਤਰੀ ਨੇ ਇਜ਼ਰਾਈਲ ਨੂੰ ਹਰ ਮਦਦ ਦਾ ਭਰੋਸਾ ਦਿੱਤਾ ਹੈ। ਉਹਨਾਂ ਨਾਗਰਿਕਾਂ ਦੀ ਸੁਰੱਖਿਆ ਉੱਤੇ ਜ਼ੋਰ ਦਿੱਤਾ ਹੈ। ਇਜ਼ਰਾਈਲ ਹਮਾਸ ਦੇ ਟਕਰਾਅ ਬਾਰੇ ਅੱਜ ਬਾਈਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਉਹਨਾਂ ਦੀਆਂ ਸੁਰੱਖਿਆ ਟੀਮਾਂ ਨੇ ਵੀ ਜਾਣਕਾਰੀ ਦਿੱਤੀ। ਗਾਜ਼ਾ ਵਿੱਚ ਸਥਿਤੀ ਸਮੇਂ ਦੇ ਨਾਲ ਵਿਗੜਦੀ ਜਾ ਰਹੀ ਹੈ। ਉੱਥੇ ਭੋਜਨ, ਪਾਣੀ, ਤੇਲ ਤੇ ਹੋਰ ਜ਼ਰੂਰੀ ਵਸਤਾਂ ਦੀ ਘਾਟ ਹੁੰਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਜ਼ਰਾਈਲ ਨੇ ਅਲਟੀਮੇਟਮ ਦਿੱਤਾ ਸੀ ਕਿ ਉੱਤਰੀ ਗਾਜ਼ਾ ਦੀ ਕਰੀਬ 10 ਲੱਖ ਤੋਂ ਵੱਧ ਆਬਾਦੀ ਨੂੰ 24 ਘੰਟਿਆਂ ਦੇ ਅੰਦਰ ਦੱਖਣੀ ਗਾਜ਼ਾ ਵਿੱਚ ਤਬਦੀਲ ਕੀਤਾ ਜਾਵੇਗਾ। ਗਾਜ਼ਾ ਵਿੱਚ ਲਗਾਤਾਰ 6ਵੇਂ ਦਿਨ ਬਿਜਲੀ ਸਪਲਾਈ ਬੰਦ ਹੈ। ਹਸਪਤਾਲਾਂ ਦਾ ਢਾਂਚਾ ਢਹਿ ਹੋਣ ਕੰਢੇ ਹੈ ਤੇ ਉਹਨਾਂ ਦੀ ਈਂਧਨ ਸਪਲਾਈ ਲਗਭਗ ਖਤਮ ਹੋ ਚੁੱਕੀ ਹੈ। ਇਸ ਨਾਲ ਹਜ਼ਾਰਾਂ ਮਰੀਜ਼ਾਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਦਿੱਤੀ। ਜੰਗ ਦੇ ਸ਼ੁਰੂ ਹੋਣ ਤੱਕ 2778 ਫਿਲਿਸਤੀਨੀ ਮਾਰੇ ਜਾ ਚੁੱਕੇ ਨੇ ਤੇ ਕਰੀਬ 10,000 ਫੱਟੜ ਨੇ। ਇਸ ਤੋਂ ਇਲਾਵਾ ਇਜ਼ਰਾਈਲ ਵਿੱਚ ਵੀ ਕਰੀਬ 1300 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਨੇ। 4000 ਤੋਂ ਵੱਧ ਲੋਕ ਜ਼ਖਮੀ ਨੇ। ਇਜ਼ਰਾਈਲ ਨੇ ਦੱਖਣੀ ਗਾਜ਼ਾ ਵਿੱਚ ਬੰਬਬਾਰੀ ਕੀਤੀ ਹੈ।
ਜਸਬੀਰ ਸਿੰਘ ਖਹਿਰਾ ਪਿਛਲੇ ਦਿਨੀ ਰਾਤ 9 ਵਜੇ ਜਦੋਂ ਆਪਣੇ ਟਰੱਕ ਦਾ ਲੋਡ ਲੈ ਕੇ ਘਰੋਂ ਨਿਕਲਿਆ ਸੀ ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਦਾ ਇਹ ਆਖਰੀ ਦਿਨ ਹੋਵੇਗਾ। ਘਰੋਂ ਨਿਕਲਣ ਤੋਂ ਤਕਰੀਬਨ 1 ਘੰਟੇ ਬਾਅਦ ਹੀ ਉਸ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਖਹਿਰਾ ਇੱਥੇ ਆਪਣੇ ਟਰੱਕ ਚਲਾਉਂਦਾ ਸੀ ਅਤੇ ਉਸ ਨੇ ਇਹ ਲੋਡ ਖੁਦ ਮੰਗ ਕੇ ਲਿਆ ਸੀ। ਜਦੋਂ ਉਹ ਇੱਥੇ ਨਜ਼ਦੀਕੀ ਟੋਲ ਪਲਾਜ਼ੇ ਤੇ ਪਹੁੰਚਿਆ ਤਾਂ ਅਚਾਨਕ ਟਰੱਕ ਟੋਲ ਪਲਾਜ਼ੇ ਨਾਲ ਟਕਰਾ ਗਿਆ, ਜਿਸ ਤੇ ਟਰੱਕ ਨੂੰ ਅੱਗ ਲੱਗ ਗਈ। ਇਸ ਦੁਰਘਟਨਾ ਦੌਰਾਨ ਜਸਬੀਰ ਸਿੰਘ ਖਹਿਰਾ ਦੀਆਂ ਪਸਲੀਆਂ ਟੁੱਟ ਗਈਆਂ। ਅੱਗ ਲੱਗਣ ਦੇ ਬਾਵਜੂਦ ਉਹ ਕਿਸੇ ਤਰੀਕੇ ਨਾਲ ਟਰੱਕ ਤੋਂ ਛਾਲ ਮਾਰ ਕੇ ਬਾਹਰ ਆ ਗਿਆ। ਉਸ ਦੇ ਸਰੀਰ ਦਾ ਕੁਝ ਹਿੱਸਾ ਵੀ ਸੜ ਗਿਆ। ਮੌਕੇ ਤੇ ਪਹੁੰਚੀ ਐਂਬੂਲੈਂਸ ਅਤੇ ਸੁਰੱਖਿਆ ਦਸਤਿਆਂ ਨੇ ਜਸਬੀਰ ਸਿੰਘ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਇਸ ਘਟਨਾ ਨਾਲ ਇਲਾਕੇ ਵਿੱਚ ਸ਼ੋਕ ਦਾ ਮਾਤਮ ਛਾ ਗਿਆ। ਜਸਬੀਰ ਸਿੰਘ ਖਹਿਰਾ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੀਆਂ ਬੱਚੀਆਂ ਨੂੰ ਵੀ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਉਸ ਦਾ ਪਿਛਲਾ ਪਿੰਡ ਜਗਰਾਉਂ ਜ਼ਿਲ੍ਹਾ ਲੁਧਿਆਣਾ ਸੀ ਅਤੇ ਉਹ 2007 ਤੋਂ ਅਮਰੀਕਾ ਰਹਿ ਰਿਹਾ ਸੀ। ਜਸਬੀਰ ਸਿੰਘ ਖਹਿਰਾ ਨੇ ਪਿਛਲੇ ਦਿਨੀ ਹੀ ਕੈਲੀਫੋਰਨੀਆ ਦੇ ਐਂਟੀਓਕ ਸ਼ਹਿਰ ਵਿਖੇ ਆਪਣਾ ਨਵਾਂ ਘਰ ਲਿਆ ਸੀ ਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਹਮਾਸ ਨਿਯੰਤਰਿਤ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਅਲ ਅਹਲੀ ਹਸਪਤਾਲ ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 500 ਲੋਕ ਮਾਰੇ ਗਏ। ਇਸ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਜ਼ਖਮੀ ਅਤੇ ਪਲਾਹ ਲੈਣ ਵਾਲੇ ਲੋਕ ਰਹਿ ਰਹੇ ਸਨ। ਜੇਕਰ ਪੁਸ਼ਟੀ ਹੋ ਜਾਂਦੀ ਤਾਂ 2008 ਤੋਂ ਬਾਅਦ ਲੜੀਆਂ ਗਈਆਂ 5 ਜੰਗਾਂ ਵਿੱਚ ਇਹ ਸਭ ਤੋਂ ਘਾਤਕ ਇਜ਼ਰਾਈਲੀ ਹਵਾਈ ਹਮਲਾ ਹੋਵੇਗਾ। ਅਲ ਅਹਲੀ ਹਸਪਤਾਲ ਦੀਆਂ ਤਸਵੀਰਾਂ ਵਿੱਚ ਹਸਪਤਾਲ ਦੇ ਹਾਲ ਵਿੱਚ ਲੱਗੀ ਅੱਗ, ਟੁੱਟੇ ਹੋਏ ਸ਼ੀਸ਼ੇ ਅਤੇ ਲਾਸ਼ਾਂ ਪੂਰੇ ਖੇਤਰ ਵਿੱਚ ਖਿਲਰੀਆਂ ਦਿਖਾਈਆਂ ਦਿੱਤੀਆਂ। ਮੰਤਰਾਲੇ ਨੇ ਕਿਹਾ ਕਿ ਘੱਟੋ-ਘੱਟ 500 ਲੋਕ ਮਾਰੇ ਗਏ ਨੇ। ਹਾਲਾਂਕਿ ਇਸ ਦੀ ਅਧਿਕਾਰੀ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ। ਇਸ ਦੌਰਾਨ ਹਮਾਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਨੂੰ ਯੁੱਧ ਅਪਰਾਧ ਦੱਸਿਆ। ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਪੱਟੀ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਵਸਨੀਕਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਗਾਜ਼ਾ ਸ਼ਹਿਰ ਦੇ ਕਈ ਹਸਪਤਾਲ ਬੰਬਾਰੀ ਤੋਂ ਬਚਣ ਦੀ ਉਮੀਦ ਵਿੱਚ ਸੈਂਕੜੇ ਲੋਕਾਂ ਲਈ ਪਨਾਹਗਾਹ ਬਣ ਗਏ ਸਨ। ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਲ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਹਸਪਤਾਲ ਵਿੱਚ ਹੋਈਆਂ ਮੌਤਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਗਾਜ਼ਾ ਵਿੱਚ ਹਮਾਸ ਦੇ ਸਰਕਾਰੀ ਮੀਡੀਆ ਦਫ਼ਤਰ ਨੇ ਗਾਜ਼ਾ ਪੱਟੀ ਵਿੱਚ ਹਸਪਤਾਲ ਤੇ ਹਮਲੇ ਨੂੰ ਯੁੱਧ ਅਪਰਾਧ ਕਿਹਾ। ਇੱਕ ਬਿਆਨ ਵਿੱਚ ਕਿਹਾ ਗਿਆ ਕਿ ਹਵਾਈ ਹਮਲਿਆਂ ਦੇ ਨਤੀਜੇ ਵਜੋਂ ਸੈਂਕੜੇ ਬਿਮਾਰ ਅਤੇ ਜ਼ਖਮੀ ਲੋਕ ਹਸਪਤਾਲਾਂ ਵਿੱਚ ਨੇ ਅਤੇ ਹੋਰ ਲੋਕਾਂ ਨੂੰ ਜ਼ਬਰਦਸਤੀ ਆਪਣੇ ਘਰਾਂ ਤੋਂ ਬੇਘਰ ਕਰ ਦਿੱਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਸੈਂਕੜੇ ਪੀੜਿਤ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਨੇ। ਗਾਜ਼ਾ ਦੇ ਹਸਪਤਾਲ ਦੇ ਹਵਾਈ ਹਮਲੇ ਦੇ ਸਬੰਧ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਗੁਟੇਰੇਸ ਨੇ ਕਿਹਾ ਕਿ ਉਹ ਫਿਲਿਸਤੀਨੀ ਨਾਗਰਿਕਾਂ ਦੀ ਹੱਤਿਆ ਤੋਂ ਡਰੇ ਹੋਏ ਨੇ। ਸੰਯੁਕਤ ਰਾਸ਼ਟਰ ਨੇ ਅੱਜ ਗਾਜ਼ਾ ਵਿੱਚ ਇੱਕ ਹਸਪਤਾਲ ਉੱਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ, ਜਿਸ ਵਿੱਚ ਸੈਂਕੜੇ ਫਿਲਿਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ। ਮੈਂ ਇਸ ਘਟਨਾ ਤੋਂ ਡੂੰਘਾ ਦੁਖੀ ਹਾਂ ਅਤੇ ਇਸ ਦੀ ਨਖੇਦੀ ਕਰਦਾ, ਪੋਸਟ ਵਿੱਚ ਕਿਹਾ। ਹਸਪਤਾਲ ਅਤੇ ਮੈਡੀਕਲ ਕਰਮਚਾਰੀ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਤਹਿਤ ਸੁਰੱਖਿਅਤ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਗਾਜ਼ਾ ਦੇ ਹਸਪਤਾਲ ਵਿੱਚ ਹੋਏ ਧਮਾਕੇ ਅਤੇ ਸੈਂਕੜੇ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੇ ਕਿਹਾ ਕਿ ਇਜ਼ਰਾਈਲ ਰੱਖਿਆ ਬਲਾਂ ਦੇ ਸੰਚਾਲਨ ਪ੍ਰਣਾਲੀਆਂ ਨੇ ਸੰਕੇਤ ਦਿੱਤਾ ਕਿ ਰਾਕੇਟ ਅੱਤਵਾਦੀਆਂ ਦੁਆਰਾ ਗਾਜ਼ਾ ਵਿੱਚ ਦਾਗੇ ਗਏ ਸਨ। ਨੇਤਨਯਾਹੂ ਨੇ ਕਿਹਾ ਕਿ ਕਈ ਸਰੋਤਾਂ ਤੋਂ ਮਿਲੀ ਖੁਫੀਆ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਰਾਕੇਟ ਦੀ ਅਸਫਲਤਾ ਲਈ ਇਸਲਾਮਿਕ ਜਹਾਦ ਜ਼ਿੰਮੇਵਾਰ ਸੀ। ਉਸ ਨੇ ਕਿਹਾ ਕਈ ਸਰੋਤਾਂ ਤੋਂ ਸਾਡੇ ਕੋਲ ਉਪਲਬਧ ਖੁਫੀਆ ਜਾਣਕਾਰੀ ਦਰਸਾਉਂਦੀ ਹੈ ਕਿ ਇਸਲਾਮਿਕ ਜਹਾਦ ਨੇ ਗਾਜ਼ਾ ਦੇ ਹਸਪਤਾਲ ਤੇ ਹਮਲਾ ਕਰਨ ਵਾਲੇ ਰਾਕੇਟ ਲਾਂਚ ਦੇ ਅਸਫਲ ਹੋਣ ਲਈ ਜ਼ਿੰਮੇਵਾਰ ਹੈ। ਨੇਤਨਯਾਹੂ ਨੇ ਟਵਿੱਟਰ ਤੇ ਇੱਕ ਹੋਰ ਪੋਸਟ ਵਿੱਚ ਕਿਹਾ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਉਹ ਅੱਤਵਾਦੀ ਸਨ ਜਿਨ੍ਹਾਂ ਨੇ ਗਾਜ਼ਾ ਦੇ ਹਸਪਤਾਲ ਤੇ ਹਮਲਾ ਕੀਤਾ ਸੀ। IDF ਨੇ ਹਸਪਤਾਲ ਤੇ ਹਮਲਾ ਨਹੀਂ ਕੀਤਾ। ਅਮਰੀਕਾ ਵਿੱਚ ਇੱਕ ਵਿਅਕਤੀ ਜਿਸ ਨੂੰ ਗਲਤ ਦੋਸ਼ੀ ਠਹਿਰਾਏ ਜਾਣ ਕਾਰਨ ਫਲੋਰੀਡਾ ਦੀ ਇੱਕ ਜੇਲ੍ਹ ਵਿੱਚ 16 ਸਾਲ ਤੋਂ ਵੱਧ ਸਮਾਂ ਬਿਤਾਇਆ ਸੀ। ਸੋਮਵਾਰ ਨੂੰ ਜਾਰਜੀਆ ਵਿੱਚ ਇੱਕ ਡਿਪਟੀ ਸ਼ੈਰਿਫ ਦੁਆਰਾ ਕੀਤੀ ਕਾਰਵਾਈ ਵਿੱਚ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਕਰ ਰਹੀ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਮ੍ਰਿਤਕ ਦੀ ਪਛਾਣ 53 ਸਾਲਾ ਲਿਓਨਾਰਡ ਐਲਨ ਕਿਊਰ ਵਜੋਂ ਕੀਤੀ ਹੈ, ਜਿਸ ਨੂੰ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। ਫਲੋਰੀਡਾ ਦੇ ਇਨੋਸੈਂਸ ਪ੍ਰੋਜੈਕਟ ਦੇ ਕਾਰਜਕਾਰੀ ਨਿਦੇਸ਼ਕ ਸੇਟ ਮਿਲਰ ਦੁਆਰਾ ਕਿਊਰ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਮਿਲਰ ਨੇ ਬਰੀ ਹੋਣ ਦੇ ਕੇਸ ਵਿੱਚ ਕਿਊਰ ਦੀ ਨੁਮਾਇੰਦਗੀ ਕੀਤੀ ਸੀ। ਮਿਲਰ ਨੇ ਕਿਹਾ ਕਿ ਉਹ ਕਿਊਰ ਦੀ ਮੌਤ ਦੀ ਖਬਰ ਤੋਂ ਬਹੁਤ ਦੁਖੀ ਹੈ। ਉਸ ਨੇ ਕਿਹਾ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਇਹ ਪਤਾ ਲੱਗਣ ਮਗਰੋਂ ਕਿਹੋ ਜਿਹਾ ਮਹਿਸੂਸ ਹੋਵੇਗਾ ਕਿ ਤੁਹਾਡੇ ਬੇਟੇ ਨੂੰ ਬੇਕਸੂਰ ਹੋਣ ਦੇ ਬਾਵਜੂਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਬਾਅਦ ਵਿੱਚ ਜਦੋਂ ਉਸ ਨੂੰ ਦੋਸ਼ ਮੁਕਤ ਕਰਾਰ ਦਿੱਤਾ ਜਾਵੇ ਅਤੇ ਫਿਰ ਤੁਹਾਨੂੰ ਦੱਸਿਆ ਜਾਵੇ ਕਿ ਜੇਲ੍ਹ ਤੋਂ ਰਿਹਾਈ ਦੇ ਬਾਅਦ ਗੋਲੀ ਮਾਰੇ ਜਾਣ ਨਾਲ ਉਸ ਦੀ ਮੌਤ ਹੋ ਗਈ। GBI ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਕੈਂਪਡੇਨ ਕਾਉਂਟੀ ਦੇ ਇੱਕ ਡਿਪਟੀ ਨੇ ਇੱਕ ਡਰਾਈਵਰ ਨੂੰ ਜਾਰਜੀਆ ਫਲੋਰੀਡਾ ਮਾਰਗ ਨੇੜੇ ਇੰਟਰਸਟੇਟ 95 ਦੇ ਇੱਕ ਵਾਹਨ ਨੂੰ ਰੋਕਣ ਲਈ ਕਿਹਾ।
ਡਿਪਟੀ ਦੇ ਕਹਿਣ ਤੇ ਡਰਾਈਵਰ ਕਾਰ ਤੋਂ ਬਾਹਰ ਆ ਗਿਆ। GBI ਅਨੁਸਾਰ ਡਰਾਈਵਰ ਸ਼ੁਰੂ ਵਿੱਚ ਸਹਿਯੋਗੀ ਸੀ, ਪਰ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਉਹ ਹਿੰਸਕ ਹੋ ਗਿਆ। ਏਜੰਸੀ ਮੁਤਾਬਿਕ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਜਦੋਂ ਕਾਰ ਚਾਲਕ ਨੇ ਡਿਪਟੀ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਸ ਨੇ ਸਟਨ ਗਨ ਕੱਢੀ, ਜਿਸ ਨਾਲ ਡਰਾਈਵਰ ਹੈਰਾਨ ਹੋ ਗਿਆ ਅਤੇ ਉਸ ਨੇ ਡਿਪਟੀ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਦੱਸ ਦਈਏ ਕਿ ਇੱਕ ਸਟਨ ਬੰਦੂਕ ਇੱਕ ਇਲੈਕਟ੍ਰੋਨਿਕ ਯੰਤਰ ਹੈ ਜੋ ਕਿਸੇ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਇੱਕ ਇਲੈਕਟ੍ਰਿਕ ਝਟਕਾ ਦੇਣ ਲਈ ਤਿਆਰ ਕੀਤਾ ਗਿਆ ਹੈ। GBI ਨੇ ਕਿਹਾ ਕਿ ਡਿਪਟੀ ਨੇ ਇੱਕ ਸਟਨ ਗਨ ਅਤੇ ਡੰਡੇ ਦੀ ਵਰਤੋਂ ਕਰਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਆਪਣੀ ਬੰਦੂਕ ਕੱਢ ਲਈ ਅਤੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਜਦੋਂ ਉਸ ਨੇ ਵਿਰੋਧ ਕਰਨਾ ਜਾਰੀ ਰੱਖਿਆ। ਏਜੰਸੀ ਨੇ ਇਹ ਨਹੀਂ ਦੱਸਿਆ ਕਿ ਡਿਪਟੀ ਸ਼ੈਰਿਫ ਨੇ ਕਿਊਰ ਦੀ ਗੱਡੀ ਨੂੰ ਕਿਉਂ ਰੋਕਿਆ। ਕਿਊਰ ਨੂੰ 2003 ਵਿੱਚ ਡੇਨੀਆ ਬੀਚ, ਫਲੋਰੀਡਾ ਵਿੱਚ ਇੱਕ ਦਵਾਈਆਂ ਦੀ ਦੁਕਾਨ ਨੂੰ ਲੁੱਟਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਕਿਉਂਕਿ ਉਸ ਨੂੰ ਲੁੱਟ ਅਤੇ ਹੋਰ ਅਪਰਾਧਾਂ ਲਈ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ। ਕਿਊਰ ਨੂੰ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ। ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਸਲੀ ਹਮਲੇ ਜਾਰੀ ਨੇ। ਤਾਜ਼ਾ ਮਾਮਲੇ ਵਿੱਚ ਇੱਕ ਨੌਜਵਾਨ ਸਿੱਖ ਤੇ ਹਮਲਾ ਕੀਤਾ ਗਿਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਹੇਟ ਕ੍ਰਾਈਮ ਯੂਨਿਟ ਹਫ਼ਤੇ ਦੇ ਅੰਤ ਵਿੱਚ ਵਾਪਰੀ ਨਫ਼ਰਤ ਅਪਰਾਧ ਹਮਲੇ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਇਹ ਹਮਲਾ ਐਤਵਾਰ ਸਵੇਰੇ 9 ਵਜੇ ਦੇ ਕਰੀਬ 118 ਸਟਰੀਟ ਅਤੇ ਲਿਬਰਟੀ ਐਵੇਨਿਊ ਨੇੜੇ ਕੀਤਾ ਗਿਆ। ਜਾਣਕਾਰੀ ਮੁਤਾਬਿਕ ਘਟਨਾ ਐਤਵਾਰ ਸਵੇਰੇ ਕੁਈਨਜ਼ ਵਿੱਚ ਇੱਕ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ ਦੀ ਬੱਸ ਵਿੱਚ ਵਾਪਰੀ। ਚਸ਼ਮਦੀਦਾਂ ਅਨੁਸਾਰ ਸ਼ੱਕੀ ਨੌਜਵਾਨ ਸਿੱਖ ਕੋਲ ਗਿਆ ਜਿਸ ਨੇ ਪੱਗ ਬੰਨੀ ਹੋਈ ਸੀ। ਸ਼ੱਕੀ ਨੇ ਸਿੱਖ ਦੀ ਪੱਗ ਨੂੰ ਲੈ ਕੇ ਟਿੱਪਣੀ ਕੀਤੀ ਅਤੇ ਕਿਹਾ, ਅਸੀਂ ਇਸ ਨੂੰ ਦੇਸ਼ ਵਿੱਚ ਨਹੀਂ ਪਹਿਨਦੇ, ਇਸ ਲਈ ਤੁਸੀਂ ਵੀ ਪੱਗ ਉਤਾਰ ਦਿਓ। ਫਿਰ ਸ਼ੱਕੀ ਨੇ ਉਸ ਦੇ ਚਿਹਰੇ, ਪਿੱਠ ਅਤੇ ਸਿਰ ਤੇ ਪਿਛਲੇ ਹਿੱਸੇ ਤੇ ਵਾਰ ਕੀਤੇ ਅਤੇ ਜ਼ਬਰਦਸਤੀ ਉਸ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ। ਹਮਲੇ ਕਾਰਨ ਸਿੱਖ ਜ਼ਖਮੀ ਹੋ ਗਿਆ। ਦੇਸ਼ ਦੇ ਸਭ ਤੋਂ ਵੱਡੇ ਮੁਸਲਿਮ ਨਾਗਰਿਕ ਅਧਿਕਾਰਾਂ ਅਤੇ ਵਕਾਲਤ ਸੰਗਠਨ ਦੇ ਸਥਾਨਕ ਚੈਪਟਰ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਦੇ ਨਿਊਯਾਰਕ ਚੈਪਟਰ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ। ਪੁਲਿਸ ਰਿਪੋਰਟਾਂ ਅਨੁਸਾਰ ਪੀੜਿਤ 19 ਸਾਲਾ ਸਿੱਖ ਵਿਅਕਤੀ ਹੈ ਅਤੇ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ। CAIR/NY ਦੇ ਕਾਰਜਕਾਰੀ ਨਿਰਦੇਸ਼ਕ ਆਫਾਫ ਨਾਸ਼ਰ ਨੇ ਕਿਹਾ, ਅਸੀਂ ਸਿੱਖ ਭਾਈਚਾਰੇ ਖਿਲਾਫ ਇਸ ਪੱਖਪਾਤ ਤੋਂ ਪ੍ਰੇਰਿਤ ਨਫ਼ਰਤ ਅਪਰਾਧ ਹਮਲੇ ਦੀ ਨਿੰਦਾ ਕਰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਹਿੰਸਕ ਹਮਲੇ ਦਾ ਪੀੜਿਤ ਜਲਦੀ ਠੀਕ ਹੋ ਜਾਵੇ ਅਤੇ ਇਸ ਸਦਮੇ ਤੋਂ ਉੱਭਰ ਜਾਵੇ। ਸਿੱਖ ਕਲਚਰਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਜਦੋਂ ਪਿਛਲੇ ਹਫ਼ਤੇ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ਛਿੜ ਗਈ ਸੀ ਤਾਂ ਉਹਨਾਂ ਨੂੰ ਨਫ਼ਰਤੀ ਅਪਰਾਧਾਂ ਵਿੱਚ ਵਾਧਾ ਹੋਣ ਦਾ ਡਰ ਸੀ, ਭਾਵੇਂ ਕਿ ਸਿੱਖ ਭਾਈਚਾਰਾ ਸੰਘਰਸ਼ ਵਿੱਚ ਸ਼ਾਮਿਲ ਨਹੀਂ ਹੈ। ਉਹਨਾਂ ਸਵਾਲ ਕੀਤਾ ਕਿ ਸਾਨੂੰ ਕਿਉਂ ਨਿਸ਼ਾਨਾ ਬਣਾਇਆ, ਸਿਰਫ ਇਸ ਲਈ ਕਿ ਅਸੀਂ ਆਪਣੇ ਧਾਰਮਿਕ ਵਿਸ਼ਵਾਸ ਦੀ ਪਾਲਣਾ ਕਰਦੇ ਹਾਂ। ਉਧਰ ਪੁਲਿਸ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਅਤੇ ਇਸ ਮਾਮਲੇ ਸੰਬੰਧੀ ਜਾਣਕਾਰੀ ਲਈ NYPD ਦੀ ਕ੍ਰਾਈਮ ਸਟਾਪਰਸ ਹੌਟਲਾਈਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਉਸ ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਉੱਤਰੀ ਕੋਰੀਆ ਤੇ ਪਾਬੰਦੀਆਂ ਲਾਗੂ ਕਰਨ ਵਾਲੀ ਇੱਕ ਕੈਨੇਡੀਅਨ ਨਿਗਰਾਨੀ ਉਡਾਨ ਨੂੰ ਸੋਮਵਾਰ ਨੂੰ ਚੀਨੀ ਲੜਾਕੂ ਜਹਾਜ਼ਾਂ ਦੁਆਰਾ ਰੋਕਿਆ ਗਿਆ। ਰੱਖਿਆ ਮੰਤਰੀ ਬਿਲ ਬਲੇਅਰ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ। ਬਲੇਅਰ ਨੇ ਓਟਾਵਾ ਵਿੱਚ ਪੱਤਰਕਾਰਾਂ ਨੂੰ ਕਿਹਾ, ਬਦਕਿਸਮਤੀ ਨਾਲ ਹਾਲ ਹੀ ਵਿੱਚ ਜੋ ਗੱਲਬਾਤ ਹੋਈ ਉਹ ਪੇਸ਼ੇਵਰ ਨਹੀਂ ਸੀ। ਉਹਨਾਂ ਨੇ ਅੱਗੇ ਕਿਹਾ, ਇਹਨਾਂ ਹਾਲਾਤਾਂ ਵਿੱਚ ਚੀਨੀ ਫੌਜ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਨੇ ਅਤੇ ਇਸ ਨੇ ਸਾਡੇ ਜਹਾਜ਼ਾਂ ਅਤੇ ਉਹਨਾਂ ਦੇ ਮਿਸ਼ਨ ਨੂੰ ਜੋਖਮ ਵਿੱਚ ਪਾ ਦਿੱਤਾ ਹੈ। ਰਾਇਲ ਕੈਨੇਡੀਅਨ 에ਅਰ ਫੋਰਸ CP-140 ਔਰੋਰਾ 에ਅਰਕ੍ਰਾਫਟ ਆਪਰੇਸ਼ਨ NEON ਵਿੱਚ ਹਿੱਸਾ ਲੈ ਰਿਹਾ ਸੀ, ਜੋ ਕਿ ਉੱਤਰੀ ਕੋਰੀਆ ਵਿਰੁੱਧ ਪਾਬੰਦੀਆਂ ਦੀ ਨਿਗਰਾਨੀ ਕਰਨ ਲਈ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਕੈਨੇਡਾ ਦਾ ਯੋਗਦਾਨ ਹੈ। ਇੱਕ ਰਾਸ਼ਟਰੀ ਰੱਖਿਆ ਵੈਬਸਾਈਟ ਮੁਤਾਬਿਕ 2018 ਤੋਂ ਅਤੇ 2026 ਤੱਕ ਕੈਨੇਡਾ ਸਮੇਂ-ਸਮੇਂ ਤੇ ਸਮੁੰਦਰੀ ਪਾਬੰਦੀਆਂ ਨੂੰ ਅਣਗੌਲਿਆ ਕਰਨ ਦੀ ਸ਼ੱਕੀ ਗਤੀਵਿਧੀਆਂ ਦੀ ਪਛਾਣ ਕਰਨ ਲਈ ਨਿਗਰਾਨੀ ਆਪਰੇਸ਼ਨ ਕਰਨ ਲਈ ਫੌਜੀ ਜਹਾਜ਼ਾਂ, ਹਵਾਈ ਜਹਾਜ਼ਾਂ ਅਤੇ ਕਰਮਚਾਰੀਆਂ ਨੂੰ ਤਾਇਨਾਤ ਕਰਦਾ ਹੈ। ਖਾਸ ਤੌਰ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤਿਆਂ ਦੁਆਰਾ ਪਾਬੰਦੀਸ਼ੁਦਾ ਬਾਲਣ ਅਤੇ ਹੋਰ ਵਸਤੂਆਂ ਦੇ ਜਹਾਜ਼ ਤੋਂ ਜਹਾਜ਼ ਟ੍ਰਾਂਸਫਰ ਬਾਰੇ। ਅੰਤਰਰਾਸ਼ਟਰੀ ਹਵਾਈ ਖੇਤਰ ਵਿੱਚ ਪੂਰਬੀ ਚੀਨ ਸਾਗਰ ਦੇ ਉੱਪਰ ਉੱਡਦੇ ਹੋਏ ਚੀਨੀ ਲੜਾਕੂ ਜਹਾਜ਼ ਕਥਿਤ ਤੌਰ ਤੇ ਅਰੋਰਾ ਦੇ 5 ਮੀਟਰ ਦੇ ਅੰਦਰ ਆ ਗਏ। ਬਲੇਅਰ ਨੇ ਕਿਹਾ, ਮੈਂ ਗੈਰ ਪੇਸ਼ੇਵਰ ਕਾਰਵਾਈ ਕਾਰਨ ਚਿੰਤਤ ਹਾਂ। ਬਲੇਅਰ ਨੇ ਕਿਹਾ, ਇਹ ਕਾਫੀ ਸਪਸ਼ਟ ਤੌਰ ਤੇ ਖਤਰਨਾਕ ਹੈ ਅਤੇ ਲਾਪਰਵਾਹੀ ਵਾਲੀ ਕਾਰਵਾਈ ਸੀ ਅਤੇ ਇਸ ਕਿਸਮ ਦੇ ਵਿਵਹਾਰ ਕਦੇ ਵੀ ਸਵੀਕਾਰਯੋਗ ਨਹੀਂ ਹਨ। ਆਪਰੇਸ਼ਨ ਨੀਓਨ ਵਿੱਚ ਹਿੱਸਾ ਲੈਣ ਕਾਰਨ ਕੈਨੇਡੀਅਨ ਅਰੋਰਾ ਜਹਾਜ਼ ਨੂੰ ਚੀਨੀ ਫੌਜ ਦੁਆਰਾ ਕਈ ਵਾਰ ਰੋਕਿਆ ਗਿਆ ਹੈ, ਜਿਸ ਵਿੱਚ ਨਵੰਬਰ 2022 ਅਤੇ ਮਈ 2023 ਦੀਆਂ ਘਟਨਾਵਾਂ ਸ਼ਾਮਿਲ ਨੇ। ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਸ਼ਾਮਿਲ ਹੋਣ ਤੇ ਲੰਬੀ ਦੂਰੀ ਦਾ ਅਰੋਰਾ ਗਸ਼ਤੀ ਜਹਾਜ਼ ਆਮ ਤੌਰ ਤੇ ਜਾਪਾਨ ਤੋਂ ਉੱਡਦਾ ਹੈ। ਰਾਇਲ ਕੈਨੇਡੀਅਨ ਨੇਵੀ ਫ੍ਰੀਗੇਟ HMCS ਵੈਨਕੂਵਰ ਦੁਆਰਾ ਸ਼ਾਮਿਲ ਕੀਤਾ ਗਿਆ ਅਰੋਰਾ ਇਸ ਸਮੇਂ ਨਵੰਬਰ 2023 ਤੱਕ ਖੇਤਰ ਵਿੱਚ ਹੈ। ਓਟਾਵਾ ਵਿੱਚ ਚੀਨ ਦੇ ਦੂਤਕਾਰ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਉੱਤਰ ਵਿੱਚ ਜੰਗਲਾਂ ਦੇ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। NSW ਰੂਰਲ ਫਾਇਰ ਸਰਵਿਸ ਨੇ ਨਿਵਾਸੀਆਂ ਨੂੰ ਸੁਚੇਤ ਰਹਿਣ ਅਤੇ ਆਪਣੇ ਆਲੇ-ਦੁਆਲੇ ਦੀ ਨਿਗਰਾਨੀ ਕਰਨ ਲਈ ਕਿਹਾ। ਸਰਗਰਮ ਸੰਪਤੀਆਂ ਦੇ ਆਲੇ-ਦੁਆਲੇ ਅੱਗ ਬਲ ਰਹੀ ਹੈ। ਪੁਲਿਸ ਨੇ ਦੱਸਿਆ ਕਿ ਖੇਤਰ ਵਿੱਚ ਜੰਗਲ ਦੀ ਅੱਗ ਲੱਗਣ ਤੋਂ ਬਾਅਦ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10:15 ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਟਾਮਾਗੋਗ ਵਿੱਚ ਸਟੋਨੀ ਕ੍ਰੀਕ ਲੇਨ ਵਿੱਚ ਬੁਲਾਇਆ ਗਿਆ। ਅੱਗ ਲੱਗਣ ਤੋਂ ਬਾਅਦ 56 ਸਾਲਾ ਵਿਅਕਤੀ ਲਾਪਤਾ ਦੱਸਿਆ ਗਿਆ। ਜਦੋਂ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੇ ਨੇੜੇ ਮਿਲੇ ਬੁਲਡੋਜ਼ਰ ਨੂੰ ਨਸ਼ਟ ਕਰ ਦਿੱਤਾ ਗਿਆ। ਮੰਨਿਆ ਜਾਂਦਾ ਕਿ ਵਿਅਕਤੀ ਇੱਕ ਸਥਾਨਕ ਜਾਇਦਾਦ ਦਾ ਮਾਲਕ ਹੈ, ਜਿਸ ਦੀ ਪਛਾਣ ਦੀ ਅਜੇ ਵੀ ਰਸਮੀ ਪੁਸ਼ਟੀ ਦੀ ਲੋੜ ਹੈ। ਅੱਗ ਹੁਣ ਤੱਕ 21,010 ਹੈਕਟੇਅਰ ਜ਼ਮੀਨ ਸਾੜ ਚੁੱਕੀ ਹੈ। ਫਾਇਰ ਅਥਾਰਟੀ ਮੁਤਾਬਿਕ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 8 ਵਜੇ ਤੱਕ ਸੂਬੇ ਭਰ ਵਿੱਚ 69 ਥਾਵਾਂ ਤੇ ਅੱਗ ਲੱਗੀ ਸੀ, ਜਿਨ੍ਹਾਂ ਚੋਂ 32 ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਪਾਕਿਸਤਾਨੀ ਹਵਾਈ ਸੈਨਾ ਦੁਆਰਾ ਆਪਣੇ ਇੱਕ ਸੰਚਾਲਨ ਆਧਾਰ ਤੇ ਆਯੋਜਿਤ ਯੁੱਧ ਅਭਿਆਸ ਵਿੱਚ ਚੀਨ ਅਤੇ ਸਾਊਦੀ ਅਰਬ ਸਮੇਤ 14 ਦੇਸ਼ਾਂ ਦੀਆਂ ਹਵਾਈ ਸੈਨਾ ਦੀਆਂ ਇਕਾਈਆਂ ਹਿੱਸਾ ਲੈ ਰਹੀਆਂ ਨੇ। ਇਸ ਯੁੱਧ ਅਭਿਆਸ ਜ਼ਰੀਏ PAF ਦਾ ਉਦੇਸ਼ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਅਤੇ ਅੰਤਰਰਾਸ਼ਟਰੀ ਸਹਿਯੋਗ ਵਧਾਉਣਾ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਐਤਵਾਰ ਤੋਂ ਸ਼ੁਰੂ ਹੋਏ ਇਸ ਹਵਾਈ ਅਭਿਆਸ ਵਿੱਚ ਅਜ਼ਰਬਾਈਜਾਨ, ਬਹਿਰੀਨ, ਚੀਨ, ਮਿਸਰ, ਜਰਮਨੀ, ਹੰਗਰੀ, ਇੰਡੋਨੇਸ਼ੀਆ, ਈਰਾਨ, ਇਟਲੀ, ਕੁਵੈਤ, ਮੋਰੋਕੋ, ਓਮਾਨ, ਪਾਕਿਸਤਾਨ, ਕਤਰ, ਸਾਊਦੀ ਅਰਬ, ਤੁਰਕੀ, ਸੰਯੁਕਤ ਅਰਬ ਅਮੀਰਾਤ ਅਤੇ ਉਜ਼ਬੇਕਿਸਤਾਨ ਹਿੱਸਾ ਲੈ ਰਹੇ ਨੇ। ਸਾਮਾ ਟੀਵੀ ਨੇ ਰਿਪੋਰਟ ਦਿੱਤੀ। ਇਹ ਅਭਿਆਸ ਪਾਕਿਸਤਾਨ ਦੇ ਸਭ ਤੋਂ ਵੱਡੇ ਹਵਾਈ ਲੜਾਕੂ ਅਭਿਆਸਾਂ ਵਿੱਚੋਂ ਇੱਕ ਹੈ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਦੀ ਹਵਾਈ ਸਮਰੱਥਾ ਨੂੰ ਵਧਾਉਣ ਲਈ PAF ਦੀ ਵਚਨਬੱਧਤਾ ਨੂੰ ਸਾਕਾਰ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਹਵਾਈ ਸੈਨਾ ਦੇ DGPR 에ਅਰਬੇਸ ਦੇ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਹਵਾਈ ਸੈਨਾ ਅਨੁਸਾਰ ਇਹ ਸਿਖਰ ਪੱਧਰੀ ਯੁੱਧ ਅਭਿਆਸ ਪਾਕਿਸਤਾਨ ਦੇ ਮੈਗਾ ਹਵਾਈ ਯੁੱਧ ਅਭਿਆਸਾਂ ਵਿੱਚੋਂ ਇੱਕ ਹੈ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਆਪਣੀ ਹਵਾਈ ਸਮਰੱਥਾ ਨੂੰ ਵਧਾਉਣ ਲਈ PAF ਦੀ ਵਚਨਬੱਧਤਾ ਨੂੰ ਸਾਕਾਰ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੰਗਲਵਾਰ ਨੂੰ ਚੀਨ ਦੇ ਦੌਰੇ ਤੇ ਪਹੁੰਚੇ। ਉਹਨਾਂ ਦੀ ਯਾਤਰਾ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਰੂਸ ਲਈ ਚੀਨ ਦੇ ਆਰਥਿਕ ਤੇ ਕੂਟਨੀਤਿਕ ਸਮਰਥਨ ਨੂੰ ਦਰਸਾਉਂਦੀ ਹੈ। ਦੋਵਾਂ ਦੇਸ਼ਾਂ ਨੂੰ ਅਮਰੀਕਾ ਤੇ ਹੋਰ ਲੋਕਤੰਤਰੀ ਦੇਸ਼ਾਂ ਵਿਰੁੱਧ ਰਸਮੀ ਗੱਠਜੋੜ ਬਣਾ ਲਿਆ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਮੌਜੂਦਾ ਜੰਗ ਨੇ ਸਥਿਤੀ ਨੂੰ ਹੋਰ ਵੀ ਪੇਚੀਦਾ ਕਰ ਦਿੱਤਾ ਹੈ। ਚੀਨ, ਈਰਾਨ ਤੇ ਸੀਰੀਆ ਨਾਲ ਵੀ ਆਰਥਿਕ ਸਬੰਧ ਕਾਇਮ ਰੱਖਦਿਆਂ ਇਜ਼ਰਾਈਲ ਨਾਲ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੂਸੀ ਨੇਤਾ ਜਿਵੇਂ ਹੀ ਚੀਨ ਪਹੁੰਚੇ ਤਾਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਕ ਤਰ੍ਹਾਂ ਨਾਲ ਪੁਤਿਨ ਦੀ ਯਾਤਰਾ ਚੀਨੀ ਨੇਤਾ ਸ਼ੀ ਜਿਨਪਿੰਗ ਦੇ ਅਭਿਆਸੀ ਬੈਲਟ ਐਂਡ ਰੋਡ ਪ੍ਰੋਜੈਕਟ ਲਈ ਉਹਨਾਂ ਦੇ ਸਮਰਥਨ ਨੂੰ ਦਰਸਾਉਂਦੀ ਹੈ। ਪੁਤਿਨ ਨੇ ਚੀਨੀ ਸਰਕਾਰੀ ਮੀਡੀਆ ਨਾਲ ਇੱਕ ਇੰਟਰਵਿਊ ਵਿੱਚ BRI ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ। ਪੁਤਿਨ ਨੇ ਸੋਮਵਾਰ ਨੂੰ ਕ੍ਰੈਮਲਿਨ ਵੱਲੋਂ ਜਾਰੀ ਇੰਟਰਵਿਊ ਦੇ ਅੰਸ਼ਾਂ ਅਨੁਸਾਰ ਚੀਨ ਦੇ ਸਰਕਾਰੀ ਨਿਊਜ਼ ਚੈਨਲ CCTV ਨੂੰ ਕਿਹਾ, ਹਾਂ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਮੰਨਦੇ ਨੇ ਕਿ ਇਹ ਕਿਸੇ ਨੂੰ ਕਾਬੂ ਕਰਨ ਦੀ ਚੀਨ ਦੀ ਕੋਸ਼ਿਸ਼ ਹੈ, ਪਰ ਅਸੀਂ ਦੂਜੇ ਤਰੀਕੇ ਨਾਲ ਦੇਖਦੇ ਹਾਂ। ਅਸੀਂ ਇਸ ਨੂੰ ਸਿਰਫ ਸਹਿਯੋਗ ਕਰਨ ਦੀ ਇੱਛਾ ਵਜੋਂ ਦੇਖਦੇ ਹਾਂ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਗਾਜ਼ਾ ਨਾਲ ਸੰਬੰਧਿਤ ਇੱਕ ਰੂਸੀ ਡਰਾਫਟ ਮਤੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਨਾਗਰਿਕਾਂ ਵਿਰੁੱਧ ਹਿੰਸਾ ਅਤੇ ਅੱਤਵਾਦ ਦੀ ਨਿੰਦਾ ਕੀਤੀ ਗਈ ਸੀ, ਪਰ ਇਸ ਵਿੱਚ ਇਜ਼ਰਾਈਲ ਤੇ ਹਮਾਸ ਦੇ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹਾਲਾਂਕਿ ਵਿਰੋਧੀ ਬ੍ਰਾਜ਼ੀਲ ਦੇ ਡਰਾਫਟ ਤੇ ਵੋਟਿੰਗ ਮੰਗਲਵਾਰ ਨੂੰ ਹੋਵੇਗੀ। 15 ਮੈਂਬਰੀ ਸੁਰੱਖਿਆ ਪਰਿਸ਼ਦ ਨੇ ਸੋਮਵਾਰ ਸ਼ਾਮ ਨੂੰ ਰੂਸ ਦੁਆਰਾ ਪੇਸ਼ ਕੀਤੇ ਗਏ ਮਸੌਦੇ ਦੇ ਪ੍ਰਸਤਾਵ ਤੇ ਵੋਟ ਪਾਉਣ ਲਈ ਬੈਠਕ ਕੀਤੀ। ਇਜ਼ਰਾਈਲ ਅਤੇ ਫਿਲਿਸਤੀਨੀ ਕੱਟੜਪੰਥੀ ਸਮੂਹ ਹਮਾਸ ਵਿਚਕਾਰ ਵੱਧਦੀ ਜੰਗ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੰਸਥਾ ਦੁਆਰਾ ਵਿਚਾਰਿਆ ਜਾਣ ਵਾਲਾ ਇਹ ਖਰੜਾ ਪਹਿਲਾ ਹੈ। ਇੱਕ ਪੰਨੇ ਦੇ ਇਸ ਮਤੇ ਤੇ ਹੋਈ ਵੋਟਿੰਗ ਵਿੱਚ ਸਿਰਫ 5 ਦੇਸ਼ਾਂ ਰੂਸ, ਚੀਨ, ਸੰਯੁਕਤ ਅਰਬ ਅਮੀਰਾਤ, ਮੋਜ਼ਾਂਬਿਕ ਅਤੇ ਗੈਬੋਨ ਨੇ ਪੱਖ ਵਿੱਚ ਵੋਟ ਕੀਤਾ ਅਤੇ ਇਹ ਪਾਸ ਨਹੀਂ ਹੋ ਸਕਿਆ। 4 ਦੇਸ਼ਾਂ ਸੰਯੁਕਤ ਰਾਜ, ਬ੍ਰਿਟੇਨ, ਫਰਾਂਸ ਅਤੇ ਜਾਪਾਨ ਨੇ ਇਸ ਦੇ ਖਿਲਾਫ ਵੋਟ ਕੀਤਾ, ਜਦੋਂ ਕਿ ਬਾਕੀ 6 ਗੈਰ ਹਾਜ਼ਰ ਰਹੇ। ਅਲਬਾਨੀਆ, ਬ੍ਰਾਜ਼ੀਲ, ਇਕਵਾਡੋਰ, ਘਾਨਾ, ਮਾਲਟਾ ਅਤੇ ਸਵਿਟਜ਼ਰਲੈਂਡ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇੱਥੇ ਦੱਸ ਦਈਏ ਕਿ ਕਿਸੇ ਮਤੇ ਨੂੰ ਅਪਣਾਏ ਜਾਣ ਲਈ 15 ਮੈਂਬਰੀ ਸੁਰੱਖਿਆ ਪਰਿਸ਼ਦ ਵਿੱਚ ਇਸ ਦੇ ਸਮਰਥਨ ਵਿੱਚ ਘੱਟੋ-ਘੱਟ 9 ਵੋਟਾਂ ਦੀ ਲੋੜ ਹੁੰਦੀ ਹੈ। ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ, ਜਿਸ ਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ, ਪਰ ਇਹ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਾਸ ਦੇ ਹਮਲੇ ਦਾ ਜਵਾਬ ਦੇਣ ਵਿੱਚ ਅਸਫਲ ਰਹੀ, ਜਿਸ ਵਿੱਚ 1300 ਲੋਕ ਮਾਰੇ ਗਏ ਸਨ ਅਤੇ ਬਾਅਦ ਵਿੱਚ ਇਜ਼ਰਾਈਲ ਦੇ ਜਵਾਬੀ ਹਮਲੇ ਵਿੱਚ ਲਗਭਗ 2778 ਲੋਕ ਮਾਰੇ ਗਏ ਅਤੇ ਹਮਾਸ ਸ਼ਾਸਿਤ ਗਾਜ਼ਾ ਪੱਟੀ ਵਿੱਚ 9000 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ VOTING ਬਾਰੇ ਕਿਹਾ ਕਿ ਰੂਸ ਦਾ ਪ੍ਰਸਤਾਵ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਬਣਾਇਆ ਗਿਆ ਸੀ ਅਤੇ ਇਸ ਵਿੱਚ ਹਮਾਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਮਾਸਕੋ ਦੇ ਮਤੇ ਦਾ ਸਮਰਥਨ ਨਹੀਂ ਕਰ ਸਕਦਾ ਜੋ ਇਸ ਨੂੰ ਨਜ਼ਰਅੰਦਾਜ਼ ਕਰਕੇ ਹਮਾਸ ਦੇ ਅੱਤਵਾਦ ਦੇ ਪੀੜਤਾਂ ਦਾ ਅਪਮਾਨ ਕਰਦਾ ਹੈ। ਹਮਾਸ ਦੇ ਘਾਤਕ ਹਮਲੇ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦੇ ਸਰਗਨਾ ਨੂੰ ਖਤਮ ਕਰਨ ਲਈ ਇਜ਼ਰਾਈਲ ਵੱਲੋਂ ਜ਼ਮੀਨੀ ਹਮਲਾ ਕੀਤੇ ਜਾਣ ਦੇ ਖਦਸ਼ੇ ਦੇ ਮੱਦੇਨਜ਼ਰ ਗਾਜ਼ਾ ਪੱਟੀ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਨੂੰ ਛੱਡ ਕੇ ਚਲੇ ਜਾਣ ਦੀ ਹਿਦਾਇਤ ਕੀਤੀ ਗਈ ਹੈ। ਸਹਾਇਤਾ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਦੇ ਜ਼ਮੀਨੀ ਹਮਲੇ ਨਾਲ ਮਨੁੱਖੀ ਸੰਕਟ ਵੱਧ ਸਕਦਾ ਹੈ। ਅਮਰੀਕੀ ਜੰਗੀ ਜਹਾਜ਼ਾਂ ਦੀ ਮਦਦ ਨਾਲ ਇਜ਼ਰਾਈਲੀ ਫੋਰਸ ਗਾਜ਼ਾ ਸਰਹੱਦ ਤੇ ਤਾਇਨਾਤ ਹੋ ਗਈ ਹੈ ਅਤੇ ਉਹਨਾਂ ਨੇ ਯੁੱਧ ਅਭਿਆਸ ਕੀਤਾ ਹੈ, ਜਿਸ ਨੂੰ ਇਜ਼ਰਾਈਲ ਨੇ ਦੱਸਿਆ ਕਿ ਇਹ ਅੱਤਵਾਦੀ ਸਮੂਹ ਨੂੰ ਖਤਮ ਕਰਨ ਲਈ ਇੱਕ ਵੱਡੀ ਕਾਰਵਾਈ ਹੋਵੇਗੀ। ਇੱਕ ਹਫ਼ਤੇ ਤੋਂ ਲਗਾਤਾਰ ਕੀਤੇ ਜਾ ਰਹੇ ਹਵਾਈ ਹਮਲਿਆਂ ਕਾਰਨ ਗਾਜ਼ਾ ਪੱਟੀ ਵਿੱਚ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ, ਪਰ ਇਸ ਨਾਲ ਇਜ਼ਰਾਈਲ ਤੇ ਅੱਤਵਾਦੀਆਂ ਦੇ ਰਾਕਟ ਹਮਲੇ ਨਹੀਂ ਰੁਕੇ। 7 ਅਕਤੂਬਰ ਨੂੰ ਸ਼ੁਰੂ ਹੋਇਆ ਇਹ ਯੁੱਧ ਦੋਵਾਂ ਪਾਸਿਆਂ ਲਈ ਗਾਜ਼ਾ ਦੇ 5 ਯੁੱਧਾਂ ਵਿੱਚੋਂ ਸਭ ਤੋਂ ਘਾਤਕ ਹੈ, ਜਿਸ ਵਿੱਚ ਦੋਵਾਂ ਪਾਸਿਆਂ ਦੇ 4000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 2750 ਫਿਲਿਸਤੀਨੀਆਂ ਦੀ ਮੌਤ ਹੋ ਗਈ ਹੈ ਅਤੇ 9700 ਜ਼ਖਮੀ ਹੋਏ ਨੇ। ਇਜ਼ਰਾਈਲ ਦੇ ਅਨੁਸਾਰ ਉਸ ਦੇ 1400 ਤੋਂ ਵੱਧ ਨਾਗਰਿਕ ਮਾਰੇ ਗਏ ਨੇ ਅਤੇ ਬੱਚਿਆਂ ਸਮੇਤ ਘੱਟੋ-ਘੱਟ 199 ਹੋਰ ਨਾਗਰਿਕਾਂ ਨੂੰ ਹਮਾਸ ਵੱਲੋਂ ਬੰਦਕ ਬਣਾ ਕੇ ਗਾਜ਼ਾ ਲਿਆਇਆ ਗਿਆ ਹੈ। ਵਰਤਮਾਨ ਵਿੱਚ ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੇ ਕੈਂਪਾਂ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਖੇਤਰ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜਨਰੇਟਰਾਂ ਵਿੱਚ ਈਂਧਨ ਖਤਮ ਹੋਣ ਤੋਂ ਬਾਅਦ ਇਹਨਾਂ ਮਰੀਜ਼ਾਂ ਦੀ ਮੌਤ ਹੋ ਜਾਵੇਗੀ। ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ ਦੇ ਮੁਖੀ ਰੋਨੇਨ ਬਾਰ ਨੇ 7 ਅਕਤੂਬਰ ਨੂੰ ਹੋਏ ਹਮਾਸ ਦੇ ਵਹਿਸ਼ੀਆਨਾ ਹਮਲੇ ਨੂੰ ਰੋਕਣ ਵਿੱਚ ਅਸਫਲ ਰਹਿਣ ਦੀ ਜ਼ਿੰਮੇਵਾਰੀ ਲਈ ਹੈ, ਪਰ ਉਹਨਾਂ ਨੇ ਯੁੱਧ ਵਿੱਚ ਫੈਸਲਾਕੁਨ ਜਿੱਤ ਲਈ ਅੰਤ ਤੱਕ ਲੜਨ ਦਾ ਸੰਕਲਪ ਜਤਾਇਆ। ਹੈਰਾਨ ਕਰ ਦੇਣ ਵਾਲੇ ਹਮਾਸ ਦੇ ਇਸ ਹਮਲੇ ਵਿੱਚ 1300 ਤੋਂ ਵੱਧ ਇਜ਼ਰਾਈਲੀਆਂ ਦੀ ਜਾਨ ਜਾ ਚੁੱਕੀ ਹੈ। ਹਮਲੇ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿੱਚ ਰੋਨੇਨ ਬਾਰ ਨੇ ਕਿਹਾ ਕਿ ISA ਚੇਤਾਵਨੀ ਦੇਣ ਵਿੱਚ ਅਸਫਲ ਰਿਹਾ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਰੋਨੇਨ ਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ, ਪਿਛਲੇ ਸ਼ਨੀਵਾਰ ਤੋਂ ਅਸੀਂ ਲਗਾਤਾਰ ਕਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਇਸ ਦੇ ਬਾਵਜੂਦ ਅਸੀਂ ਢੁਕਵੀਂ ਅਗਾਊਂ ਚੇਤਾਵਨੀ ਦੇਣ ਵਿੱਚ ਬਦਕਿਸਮਤੀ ਨਾਲ ਨਾਕਾਮ ਰਹੇ ਹਾਂ, ਜਿਸ ਕਾਰਨ ਹਮਲੇ ਰੋਕੇ ਨਹੀਂ ਜਾ ਸਕੇ। ਸੰਗਠਨ ਦਾ ਮੁਖੀ ਹੋਣ ਦੇ ਨਾਤੇ ਇਸ ਦੀ ਜ਼ਿੰਮੇਵਾਰੀ ਮੇਰੀ ਹੈ। ਉਹਨਾਂ ਕਿਹਾ, ਜਾਂਚ ਲਈ ਸਮਾਂ ਲੱਗੇਗਾ, ਫਿਲਹਾਲ ਅਸੀਂ ਲੜ ਰਹੇ ਹਾਂ। ਖੁਫੀਆ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੇ ਦਿਨ ਹੀ ਉਹਨਾਂ ਨੇ ਸੰਗਠਨ ਨੇ ਅਗਵਾ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ, ਉਹਨਾਂ ਦਾ ਪਛਾਣ ਕਰਨ ਅਤੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਤੇ ਧਿਆਨ ਕੇਂਦਰਿਤ ਕਰਨ ਲਈ ਇਜ਼ਰਾਈਲ ਡਿਫੈਂਸ ਫੋਰਸ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਪ੍ਰਣਾਲੀ ਸਥਾਪਿਤ ਕੀਤੀ ਸੀ। ਉਹਨਾਂ ਕਿਹਾ ਕਿ ਸਮਾਂ ਅਤੇ ਹਾਲਾਤ ਦੀਆਂ ਜ਼ਰੂਰਤਾਂ ਮੁਤਾਬਿਕ ਵੱਖ-ਵੱਖ ਸਮਰਪਿਤ ਟੀਮਾਂ ਦਾ ਵੀ ਸੰਗਠਨ ਕੀਤਾ ਗਿਆ ਹੈ। ਰੋਨੇਨ ਬਾਰ ਨੇ ਕਿਹਾ, ਸਾਡੇ ਜਵਾਨਾਂ ਨੇ ਬਹਾਦਰੀ, ਸਾਹਸ ਅਤੇ ਲੜਾਈ ਦਾ ਜਜ਼ਬਾ ਦਿਖਾਇਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰ, ਮਨੀਪੁਰ ਸਰਕਾਰ ਅਤੇ ਸੂਬਾ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰਕੇ ਸਪਸ਼ਟ ਤੌਰ ਤੇ ਪੁੱਛਿਆ ਕਿ ਹਿੰਸਾ ਦੇ ਚੰਬੇ ਰਾਜ ਵਿੱਚ ਸ਼ਾਂਤੀ ਬਹਾਲੀ ਲਈ ਕੀ ਕਦਮ ਚੁੱਕੇ ਜਾ ਰਹੇ ਨੇ। ਅਧਿਕਾਰੀਆਂ ਨੇ ਅੱਜ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਮਿਸ਼ਨ ਨੂੰ ਹਿੰਸਕ ਘਟਨਾਵਾਂ ਨਾਲ ਸੰਬੰਧ ਵੱਖ-ਵੱਖ ਮਾਮਲਿਆਂ ਵਿੱਚ ਉਸ ਦੇ ਪਿਛਲੇ ਨੋਟਿਸ ਦੇ ਜਵਾਬ ਵਿੱਚ ਮਨੀਪੁਰ ਸਰਕਾਰ ਵੱਲੋਂ ਕਾਰਵਾਈ ਰਿਪੋਰਟ ਪ੍ਰਾਪਤ ਹੋਈ ਹੈ। NHRC ਨੇ ਅੱਜ ਇੱਕ ਬਿਆਨ ਵਿੱਚ ਕਿਹਾ, ਇਸ ਵਿੱਚ ਕਿਹਾ ਗਿਆ ਕਿ ਇਸ ਸੂਬੇ ਵਿੱਚ ਹਿੰਸਕ ਘਟਨਾਵਾਂ ਸੰਬੰਧੀ ਕਈ ਕਦਮ ਚੁੱਕੇ ਗਏ ਨੇ, ਜਿਨ੍ਹਾਂ ਵਿੱਚ ਕਾਨੂੰਨ ਸੰਬੰਧ ਤੇ ਸੁਰੱਖਿਆ ਨੂੰ ਮਜ਼ਬੂਤ ਬਣਾਉਣਾ, ਰਾਹਤ ਕੈਂਪਾਂ ਦੀ ਸਥਾਪਨਾ ਅਤੇ ਇੱਕ ਸ਼ਾਂਤੀ ਕਮੇਟੀ ਦਾ ਗਠਨ, ਕਰਫਿਊ ਵਿੱਚ ਢਿੱਲ ਦੇਣਾ, ਇੰਟਰਨੈਟ ਅਤੇ ਬੈਂਕਿੰਗ ਸੇਵਾਵਾਂ ਬਹਾਲ ਕਰਨਾ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਐਕਸਰਗੇਸ਼ੀਆ ਗ੍ਰਾਂਟ, ਜ਼ਖਮੀਆਂ ਲਈ ਮੁਆਵਜ਼ਾ ਪੈਕੇਜ ਤੇ ਨੁਕਸਾਨੇ ਕਰਾਂ ਦੀ ਮੁੜ ਉਸਾਰੀ ਸ਼ਾਮਿਲ ਹੈ। ਬਿਆਨ ਵਿੱਚ ਕਿਹਾ ਗਿਆ, ਵੱਖ-ਵੱਖ ਪਹਿਲੂਆਂ ਤੇ ਵਿਚਾਰ ਕਰਦਿਆਂ ਕਮਿਸ਼ਨ ਨੇ ਕੇਂਦਰੀ ਗ੍ਰਹਿ ਸਕੱਤਰ, ਮੁੱਖ ਸਕੱਤਰ ਅਤੇ ਮਨੀਪੁਰ ਦੇ DGP ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਦੀ ਰਿਪੋਰਟ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਮਾਮਲਿਆਂ ਤੇ 4 ਹਫ਼ਤਿਆਂ ਦੇ ਅੰਦਰ ਰਿਪੋਰਟ ਮੰਗੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ। ਉਹ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪਹੁੰਚੇ। ਦੀ ਹੋਪ ਅਰਦਾਸ, ਸਹੁੰ ਤੇ ਖੇਡਾਂ ਨੂੰ ਸਫਲ ਬਣਾਉਣ ਲਈ ਅੱਜ 40,000 ਤੋਂ ਵੱਧ ਵਿਦਿਆਰਥੀ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਾਕਥੌਨ ਨਾਲ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹਿਰ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਆ। ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 11 ਵਜੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਸਮਾਗਮ ਨੂੰ ਲੈ ਕੇ ਪੁਲਿਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਤਿਆਰੀਆਂ ਵਿੱਚ ਜੁਟਿਆ ਰਿਹਾ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੀ ਹੋਪ ਅਰਦਾਸ, ਸਹੁੰ ਅਤੇ ਖੇਡਾਂ ਲਈ ਪੂਰੀ ਤਿਆਰੀ ਸੀ।
ਅੱਜ ਦੇ ਪ੍ਰੋਗਰਾਮ ਵਿੱਚ 40,000 ਤੋਂ ਵੱਧ ਵਿਦਿਆਰਥੀ ਨਿੱਜੀ ਤੌਰ ਤੇ ਪਹੁੰਚੇ ਅਤੇ ਹਜ਼ਾਰਾਂ ਨੇ ਆਨਲਾਈਨ ਹਿੱਸਾ ਲਿਆ। ਇਸ ਪੂਰੇ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਲਈ ਪ੍ਰਬੰਧ ਕੀਤੇ ਗਏ। ਲੋਕ ਆਨਲਾਈਨ ਸ਼ਾਮਿਲ ਹੋਏ ਅਤੇ ਅੰਮ੍ਰਿਤਸਰ ਪੁਲਿਸ ਦੀ ਵੈਬਸਾਈਟ ਤੇ ਹਿੱਸਾ ਲੈਣ ਲਈ ਆਪਣੀ ਵਰਚੁਅਲ ਤਿਆਰੀ ਨੂੰ ਅਪਲੋਡ ਕੀਤਾ। ਯੋਜਨਾ ਮੁਤਾਬਿਕ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ 40,000 ਵਿਦਿਆਰਥੀ ਪੀਲੀਆਂ ਦਸਤਾਰਾਂ ਸਜਾ ਕੇ ਪਹੁੰਚੇ। ਇਹ ਵਾਕਥੌਨ ਪੁਰਾਣੇ ਸ਼ਹਿਰ ਦੇ 4 ਗੇਟਾਂ ਤੋਂ ਸ਼ੁਰੂ ਹੋ ਕੇ ਹਰਿਮੰਦਰ ਸਾਹਿਬ ਪਹੁੰਚੀ। ਇੱਥੇ ਅਰਦਾਸ ਕੀਤੀ ਗਈ, ਜਿਸ ਵਿੱਚ ਸੀਐਮ ਭਗਵੰਤ ਮਾਨ ਵੀ ਪਹੁੰਚੇ। ਅਰਦਾਸ ਦੀ ਸਮਾਪਤੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਦ ਵੰਡਿਆ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਹਰ ਸੰਭਵ ਕਦਮ ਚੁੱਕੇ ਗਏ ਨੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।